20 ਪਰਿਵਾਰ ਪਲ ਰਹੇ ਮੇਰੀ ਦੁਕਾਨ ਤੋਂ। ਉਹਨਾਂ ਦਾ ਖਜ਼ਾਨਾ ਕੌਣ ਭਰੇਗਾ? ਕਾਰਪੋਰੇਸ਼ਨ ਭਰੇਗੀ ਜਾਂ ਪੰਜਾਬ ਸਰਕਾਰ ਭਰੇਗੀ? ਕੌਣ ਦੇਗਾ ਮੇਰਾ ਨੁਕਸਾਨ ਜੋ ਹੋਇਆ? ਤੁਸੀਂ ਵੇਖੋ ਆਪਣੇ ਵਰਾਂਡੇ 'ਚ ਜਿਹਦੀ ਕਿ ਰਜਿਸਟਰੀ ਹੋਈ ਆ, ਆਪਣੇ ਘਰ ਦੇ ਅੰਦਰ ਬੈਠਾ ਰੈਨੋਵੇਸ਼ਨ ਕਰ ਰਿਹਾ, ਉਹ ਵੀ ਨਹੀਂ ਬਰਦਾਸ਼ਤ ਕੀਤੀ ਇਹਨਾਂ ਨੇ। ਲੋਕ ਕਹਿੰਦੇ ਗਵਰਨਮੈਂਟ ਬਣੀ, ਇਨਸਾਫ ਕਿੱਥੇ ਸਰ? ਇਹ ਨਜ਼ਰ ਆਇਆ ਇਹਨਾਂ ਨੂੰ ਤੰਦੂਰ ਜਿਹੜਾ 60 ਫੁੱਟ ਤੋਂ ਉੱਥੇ ਪਿੱਛੇ ਕੀਤਾ ਨੈਸ਼ਨਲ ਮੋਟਰਸ ਵਾਲੇ ਨੇ, ਜਿਹੜਾ ਆਪਣਾ ਹੋਟਲ ਬਣਾ ਰਹੇ ਰਿਚੀ ਹੋਟਲਸ ਵਾਲੇ। ਤੁਸੀਂ ਉਹਨਾਂ ਵੇਖੋ, ਉਹ ਨਜ਼ਰ ਨਹੀਂ ਆ ਰਿਹਾ ਇਹਨਾਂ ਨੂੰ। ਅਫਸੋਸ ਹੈ ਸਗਾ ਕਿ ਸਾਡਾ ਸਿਸਟਮ ਹੀ ਮਾੜਾ, ਸਾਡਾ ਸਿਸਟਮ ਹੀ ਕਰਪਟ ਹੈਗਾ। ਸਾਡਾ ਜਿਹੜਾ ਸਿਸਟਮ ਹੈਗਾ, ਸਾਡੇ ਅਫਸਰ ਜਿਹੜੇ ਨੇ ਲੈਂਡ ਮਾਫੀਆ ਨਾਲ ਰਲੇ ਹੋਏ ਨੇ। ਮੈਂ ਆਪ ਜੀ ਨੂੰ ਆਪ ਦੇ ਚੈਨਲ ਰਾਹੀਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ, ਜਿਹੜੇ ਅਫਸਰ ਉੱਥੇ ਬੈਠੇ ਨੇ ਅੱਖਾਂ ਬੰਦ ਕਰਕੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਦਾ ਜਵਾਬ ਮੈਂ ਲਵਾਂਗਾ, ਮੈਨੂੰ ਹਾਈ ਕੋਰਟ ਕਿਉਂ ਨਾ ਜਾਣਾ ਪਵੇ, ਮੈਂ ਜਾਊਂਗਾ। ਇਸ ਗਰੀਬ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਮੈਂ। ਲਾਰੈਂਸ ਰੋਡ ਚਲੇ ਜਾਓ, ਰਣਜੀਤ ਐਵਨਿਊ ਚਲੇ ਜਾਓ, ਇਨਕਰੋਚਮੈਂਟ ਵੱਡੇ ਘਰਾਂ ਨੇ ਕੀਤੇ ਹੋਏ ਨੇ। ਨਾਮੀ ਜਿਹੜੇ ਸਵੀਟ ਸ਼ਾਪ ਵਾਲੇ, ਨਾਮੀ ਬੇਕਰਸ, ਵੱਡੇ ਮੈਂ ਨਾਮ ਨਹੀਂ ਅਜੇ ਲਊਂਗਾ, ਲੇਕਿਨ ਟਾਈਮ ਆਏਗਾ ਹੁਣ ਮੈਨੂੰ ਜਵਾਬ ਦੇਣਾ ਪੈਣਾ ਉਹਨਾਂ ਨੂੰ। ਸਰ ਗੱਲ ਪਤਾ ਕੀ ਹੈ, ਲੋਕਾਂ ਦੇ ਜ਼ਮੀਰ ਵਿਕ ਗਏ ਨੇ। ਸਿਰਫ ਲੋਕੀ ਆਤੇ ਮੈਨੂੰ ਸਮਝਦੇ ਇਹਦੇ ਪੁਰਾਣੇ ਲਫ਼ਜ਼ ਹੁੰਦੇ ਸੀਗੇ, ਲੋਕੀ ਆਪਣੇ ਮਾਪਿਓ ਦਾ ਨਾਂ ਨਹੀਂ ਬਦਲਦੇ ਸੀ। ਅੱਜ ਦੀ ਤਰੀਕ 'ਚ ਤਾਂ ਹੁਣ ਹਰ ਲੀਡਰ ਨੇ ਆਪਣੇ ਮਾਂ-ਬਾਪ ਹੀ ਬਦਲਤੇ ਨੇ। ਪਰ ਉਹੀ ਗੱਲ ਹੈ ਨਾ, ਮਾੜੇ ਵਾਸਤੇ ਸਾਰਾ ਕੁਝ ਆ, ਤਗੜੇ ਵਾਸਤੇ ਕੁਝ ਨਹੀਂ ਆ। ਲਾਈਵ ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਅੱਜ ਆਪਾਂ ਪਹੁੰਚੇ ਹਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਜੋ ਕਿ ਤੁਸੀਂ ਦੇਖ ਸਕਦੇ ਹੋ, ਜੋਗਿੰਦਰ ਢਾਬਾ 1885 ਯਾਨੀ ਕਿ ਲਗਭਗ ਇਸ ਢਾਬੇ ਨੂੰ ਬਣੇ ਹੋਏ 135 ਸਾਲ ਤੋਂ ਵੱਧ ਹੋ ਗਏ ਹਨ ਤੇ 135 ਸਾਲ ਪੁਰਾਣੇ ਢਾਬੇ ਤੇ ਅੱਜ ਜੀਸੀਬੀ ਚੱਲਦੀ ਹੈ। ਕੀ ਕਾਰਨ ਹੈ, ਉਸ ਕਾਰਨ ਵੱਲ ਵੀ ਜਾਵਾਂਗੇ। ਪਰ ਤੁਸੀਂ ਇੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਢਾਬੇ ਦੇ ਬਾਹਰ ਕਿਸ ਤਰ੍ਹਾਂ ਤੰਦੂਰ ਤੋੜ ਦਿੱਤਾ ਗਿਆ, ਕਿਸ ਤਰ੍ਹਾਂ ਐਮਟੀਪੀ ਡਿਪਾਰਟਮੈਂਟ ਵੱਲੋਂ ਇੱਥੇ ਐਨਕਰੋਚਮੈਂਟ ਦੇ ਨਾਮ ਤੇ ਇੱਥੇ ਜੀਸੀਬੀ ਚਲਾਈ ਗਈ ਹੈ। ਆਪਾਂ ਉਸ ਬਾਰੇ ਵੀ ਗੱਲ ਕਰਾਂਗੇ। ਫਿਲਹਾਲ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਜੇ ਇੱਥੇ ਜੀਸੀਬੀ ਚਲਾਉਣੀ ਪੈਂਦੀ ਹੈ ਤੇ ਇੱਥੇ ਕਾਰਪੋਰੇਸ਼ਨ ਨੂੰ ਆ ਕੇ ਇੰਨੀ ਜਲਦੀ ਇੱਥੇ ਕਾਰਵਾਈ ਕਰਨੀ ਪੈਂਦੀ ਹੈ, ਇਸ ਕਾਰਨ ਵੱਲ ਵੀ ਜਾਵਾਂਗੇ। ਤੇ ਸਾਡੇ ਨਾਲ ਇਸ ਵੇਲੇ ਸ਼ਹੀਦ ਆਜਮ ਭਗਤ ਸਿੰਘ ਤੋਂ ਗੁਰਮੀਤ ਸਿੰਘ ਬੱਬਲੂ ਹਨ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਸਵਾਗਤ ਸਰ ਤੁਹਾਡਾ ਲਾਈਵ ਭਾਰਤ ਦੇ। ਥੈਂਕ ਯੂ ਸਰ, ਮਿਹਰਬਾਨੀ। ਮੈਨੂੰ ਮਾਣ ਹੈ ਜੀ, ਤੁਹਾਡਾ ਚੈਨਲ ਹਮੇਸ਼ਾ ਸੱਚ ਦੀ ਆਵਾਜ਼ ਚੁੱਕਦਾ ਤੇ ਹਮੇਸ਼ਾ ਸੱਚਾਈ ਦੇ ਨਾਲ ਖਲੋਂਦਾ ਹੈ। ਅੱਜ ਤੁਸੀਂ ਵੇਖ ਲਓ ਸ਼ਹਿਰ ਦੇ ਵਿੱਚ ਸ਼ਰੇਆਮ ਲੈਂਡ ਮਾਫੀਆ, ਐਮਟੀਬੀ, ਏਟੀਬੀ, ਅੱਜ ਤੁਸੀਂ ਦੇਖ ਲਓ ਗੁੰਡਾਗਰਦੀ ਕਰਦੇ ਪਏ ਨੇ। ਤੁਸੀਂ ਦੱਸੋ ਇਸ ਬੱਚੇ ਦਾ ਕੀ ਕਸੂਰ ਹੈ ਜਿਹੜਾ ਬੇਸਹਾਰਾ ਤੇ ਬਾਪ ਨਹੀਂ ਉਹਦਾ? ਤੇ ਤੁਸੀਂ ਵੇਖੋ ਉਹਦਾ ਕੀ ਹਾਲ ਕੀਤਾ ਉਹਨਾਂ ਨੇ। ਸਿਰਫ ਇਹ ਹੈ ਜੀ ਕਿ ਉਹ ਆਪਣੇ, ਤੁਸੀਂ ਵੇਖੋ ਆਪਣੇ ਵਰਾਂਡੇ 'ਚ ਜਿਹਦੀ ਕਿ ਰਜਿਸਟਰੀ ਹੋਈ ਆ, ਆਪਣੇ ਘਰ ਦੇ ਅੰਦਰ ਬੈਠਾ ਰੈਨੋਵੇਸ਼ਨ ਕਰ ਰਿਹਾ, ਉਹ ਵੀ ਨਹੀਂ ਬਰਦਾਸ਼ਤ ਕੀਤੀ ਇਹਨਾਂ ਨੇ। ਅਫਸੋਸ ਵਾਲੀ ਗੱਲ ਹੈ, ਤੁਸੀਂ ਵੇਖੋ ਕਿ ਇੱਥੇ ਕੀ ਗੁਨਾਹ ਕੀਤਾ। ਇਹ ਨਜ਼ਰ ਆਇਆ ਇਹਨਾਂ ਨੂੰ ਤੰਦੂਰ ਜਿਹੜਾ 60 ਫੁੱਟ ਤੋਂ ਉੱਥੇ ਪਿੱਛੇ ਕੀਤਾ ਨੈਸ਼ਨਲ ਮੋਟਰਸ ਵਾਲੇ ਨੇ, ਜਿਹੜਾ ਆਪਣਾ ਹੋਟਲ ਬਣਾ ਰਹੇ ਰਿਚੀ ਹੋਟਲਸ ਵਾਲੇ। ਤੁਸੀਂ ਉਹਨਾਂ ਵੇਖੋ, ਉਹ ਨਜ਼ਰ ਨਹੀਂ ਆ ਰਿਹਾ ਇਹਨਾਂ ਨੂੰ। ਉਹ ਨਜ਼ਰ ਨਹੀਂ ਆਇਆ। ਪਰ ਉਸ 'ਤੇ ਇੱਕ ਹੋਰ ਵੱਡਾ ਸਵਾਲ, ਲਗਭਗ 10 ਘਰਾਂ ਨੇ ਉਸ ਦੀ ਕੰਪਲੇਂਟ ਵੀ ਕੀਤੀ। ਕੰਪਲੇਂਟ ਦੇ ਬਾਵਜੂਦ ਵੀ ਉਹਦਾ 60 ਫੁੱਟ ਡੂੰਘਾ ਟੋਇਆ ਨਜ਼ਰ ਨਹੀਂ ਆਇਆ, ਜਿਸ ਕਰਕੇ ਇੱਕ ਹੋਟਲ ਡਿੱਗ ਪਿਆ। ਕਈ ਘਰ ਦੀਆਂ ਜ਼ਮੀਨਾਂ ਖਿਸਕ ਗਈਆਂ। ਇੱਕ ਕਹਾਵਤ ਤੇ ਸੁਣੀ ਹੋਈ, ਪੈਰ ਥੱਲੋਂ ਜ਼ਮੀਨ ਨਿਕਲ ਜਾਣੀ, ਪਰ ਕਈ ਘਰਾਂ ਦੀ ਸੱਚੀ ਇਹ ਜਾਗਦੀ ਤਸਵੀਰਾਂ ਹਨ ਕਿ ਪੈਰ ਥੱਲੋਂ ਜ਼ਮੀਨ ਨਿਕਲ ਗਈ। ਸਰ ਮੈਂ ਹਮਦਰਦੀ ਹੈ ਮੇਰੀ, ਜਿਹੜੇ ਕਿ ਉਸ ਘਰਾਂ ਦੇ ਜਿਨ੍ਹਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਇਨਸਾਫ ਮਿਲੇ। ਲੇਕਿਨ ਅਫਸੋਸ ਹੈ ਸਗਾ ਕਿ ਸਾਡਾ ਸਿਸਟਮ ਹੀ ਮਾੜਾ, ਸਾਡਾ ਸਿਸਟਮ ਹੀ ਕਰਪਟ ਹੈਗਾ। ਸਾਡਾ ਜਿਹੜਾ ਸਿਸਟਮ ਹੈਗਾ, ਸਾਡੇ ਅਫਸਰ ਜਿਹੜੇ ਨੇ ਲੈਂਡ ਮਾਫੀਆ ਨਾਲ ਰਲੇ ਹੋਏ ਨੇ। ਤੁਸੀਂ ਉਹ ਵੇਖੋ, ਉਹ ਐਡਾ ਵੱਡਾ ਮਤਲਬ ਟੋਇਆ ਪੁੱਟ ਕੇ ਉਹਨਾਂ ਨੂੰ ਕੱਖ ਨਜ਼ਰ ਨਹੀਂ ਆਇਆ, ਤੇ ਇੱਥੇ ਇੱਕ ਤੰਦੂਰ ਤੋੜਨ ਵਾਸਤੇ ਗਰੀਬ ਦੇ ਘਰ ਉਹਦਾ ਢਾਬਾ ਸਾਰਾ ਤੋੜ ਕੇ। ਤੁਸੀਂ ਇੱਕ ਚੀਜ਼ ਨੂੰ ਵੇਖੋ, ਇਹ ਸਭ ਮਿਲੀ ਭਗਤ ਹੈਗੀ ਹੈ। ਮੈਂ ਆਪ ਜੀ ਨੂੰ ਆਪ ਦੇ ਚੈਨਲ ਰਾਹੀਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ, ਜਿਹੜੇ ਅਫਸਰ ਉੱਥੇ ਬੈਠੇ ਨੇ ਅੱਖਾਂ ਬੰਦ ਕਰਕੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਦਾ ਜਵਾਬ ਮੈਂ ਲਵਾਂਗਾ, ਮੈਨੂੰ ਹਾਈ ਕੋਰਟ ਕਿਉਂ ਨਾ ਜਾਣਾ ਪਵੇ, ਮੈਂ ਜਾਊਂਗਾ। ਇਸ ਗਰੀਬ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਮੈਂ। ਕੀ ਕਾਰਨ ਹੈ? ਨਹੀਂ 1885 ਇੰਨਾ ਪੁਰਾਣਾ ਢਾਬਾ ਤੇ ਅੱਜ ਉੱਚੇ ਜੀਸੀਬੀ ਚੱਲਦੀ ਹੈ। ਸਰ ਬੜੇ ਅਫਸੋਸ ਦੀ ਤੇ ਬੜੀ ਸ਼ਰਮ ਵਾਲੀ ਗੱਲ ਹੈ। ਕੋਈ ਪ੍ਰੋਬਲਮ ਨਹੀਂ, ਕੋਈ ਕਿਸੇ ਨਾਲ ਆਪਣਾ ਨਹੀਂ, ਆਪਣੇ ਹੱਦ ਦੇ ਵਿੱਚ ਰਹਿ ਕੇ ਉਹਨੇ ਕੰਮ ਕੀਤਾ। ਜਿਹੜੀ ਰੈਨੋਵੇਸ਼ਨ ਕਰ ਰਹੇ ਬੱਚਾ, ਨਵੀਂ ਜਨਰੇਸ਼ਨ ਹੈ ਚਲੋ ਆਪਣੇ ਕਰ ਰਹੇ, ਲੇਕਿਨ ਉਹਨੇ ਜੋ ਵੀ ਕੀਤਾ ਆਪਣੇ ਅੰਦਰ ਕੀਤਾ। ਸ਼ਿਕਾਇਤ ਹੋਈ ਨਾ ਹੋਈ, ਲੇਕਿਨ ਗੱਲ ਇਹ ਹੈ ਕਿ ਸ਼ਿਕਾਇਤ ਦਾ ਜਵਾਬ ਤੇ ਦੇਣਾ ਹੀ ਪੈਣਾ ਨਾ। ਤੇ ਲੇਕਿਨ ਸ਼ਿਕਾਇਤ ਦਾ ਜਵਾਬ ਇਸ ਤਰ੍ਹਾਂ ਨਹੀਂ ਹੈ। ਇੰਨਾ ਫਾਸਟ ਕੰਮ ਤੇ ਮੈਂ ਅੱਜ ਤੱਕ ਨਹੀਂ ਵੇਖਿਆ। ਲਾਰੈਂਸ ਰੋਡ ਚਲੇ ਜਾਓ, ਰਣਜੀਤ ਐਵਨਿਊ ਚਲੇ ਜਾਓ, ਇਨਕਰੋਚਮੈਂਟ ਵੱਡੇ ਘਰਾਂ ਨੇ ਕੀਤੇ ਹੋਏ ਨੇ। ਨਾਮੀ ਜਿਹੜੇ ਸਵੀਟ ਸ਼ਾਪ ਵਾਲੇ, ਨਾਮੀ ਬੇਕਰਸ, ਵੱਡੇ ਮੈਂ ਨਾਮ ਨਹੀਂ ਅਜੇ ਲਊਂਗਾ, ਲੇਕਿਨ ਟਾਈਮ ਆਏਗਾ ਹੁਣ ਮੈਨੂੰ ਜਵਾਬ ਦੇਣਾ ਪੈਣਾ ਉਹਨਾਂ ਨੂੰ। ਤੁਸੀਂ ਨਾਮ ਨਾਲ ਉਹੀ ਨਾਮ ਲੈ ਲੈਂਦੇ ਆ। ਬਾਂਸਲ ਦੀ ਤੁਸੀਂ ਗੱਲ ਕਰ ਰਹੇ ਹੋ,
ਜਿਨ੍ਹਾਂ ਨੇ ਕਰੋਚ ਕੀਤੀ ਨੋਵਲਟੀ ਸਵੀਟ ਨੇ ਕੀਤੀ ਹੋਈ ਹੈ ਇੰਕਰੋਚਮੈਂਟ, ਉਹਨੇ ਰੋਡ ਗਲੀ ਤੱਕ ਗੈਪ ਕਰ ਦਿੱਤੀ ਹੋਈ ਹੈ, ਪਰ ਉਹਦੇ ਤੇ ਮਸ਼ੀਨ ਨਹੀਂ ਚੱਲੀ। ਸਰ ਉਹੀ ਤਾਂ ਗੱਲ ਆ, ਉਹਨਾਂ ਦੇ ਮਸ਼ੀਨ ਨਹੀਂ ਚੱਲ ਸਕਦੀ। ਕਿਉਂ? ਕਿਉਂਕਿ ਵੱਡੇ ਬੰਦੇ ਨੇ। ਤੁਸੀਂ ਇਹੀਓ ਗੱਲ ਹੈ ਕਿ ਇੱਕ ਗਰੀਬ ਬੰਦਾ ਜਿਹੜਾ ਕਿ ਦਿਹਾੜੀ ਲਗਾ ਕੇ ਮਿਹਨਤ ਕਰਕੇ 50-50 ਰੁਪਏ ਕਮਾਉਂਦਾ ਤੇ ਇਹਦਾ ਤੁਸੀਂ ਆ ਕੇ ਨੁਕਸਾਨ ਕਰਕੇ ਚਲੇ ਗਏ। ਇਹ ਕਿੱਥੋਂ ਬਰਦਾਸ਼ਤ ਕਰਾਂਗਾ? ਇਹ ਨਹੀਂ ਹੋਏਗਾ। ਜੇ ਹੋਏਗਾ ਇਨਸਾਫ ਹੋਏਗਾ, ਤਰਾਜੂ ਬਰਾਬਰ ਦਾ ਹੋਏਗਾ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਜੋ ਮੈਨੂੰ ਵੀ ਪਰੇਸ਼ਾਨ ਕਰ ਰਹੀ ਹੈ ਕਿ ਇਹ ਢਾਬੇ ਤੇ ਇੰਨੀ ਜਲਦੀ ਐਕਸ਼ਨ ਹੋ ਜਾਂਦਾ ਹੈ, ਲੇਕਿਨ ਪਿਛਲੇ 1 ਸਾਲ ਤੋਂ ਵੱਧ ਹੋ ਗਿਆ ਲੋਕਾਂ ਨੂੰ ਬਾਰ-ਬਾਰ ਕੰਪਲੇਂਟ ਦਿੰਦੇ ਹੋਏ ਹਾਈ ਕੋਰਟ ਤੱਕ ਮਾਮਲਾ ਚਲੇ ਜਾਂਦਾ, ਜਿੱਥੇ ਕਿ 20 ਫੁੱਟ ਦਾ ਦਾਇਰਾ ਛੱਡ ਕੇ ਬੇਸਮੈਂਟ ਬਣਾਉਣੀ ਸੀ, ਉਹਨਾਂ ਨੇ ਸਿਰਫ 4 ਤੋਂ 5 ਫੁੱਟ ਦਾ ਦਾਇਰਾ ਛੱਡ ਕੇ ਬੇਸਮੈਂਟ ਬਣਾਈ ਹੈ। ਉਸ ਕਰਕੇ ਕਈ ਬਿਲਡਿੰਗਾਂ ਖਰਾਬ ਹੋ ਗਈਆਂ ਹਨ, ਕਈਆਂ ਤੇ ਤਰੇੜ ਆ ਰਹੀ ਹੈ ਕਿ ਕਈ ਘਰ ਬੇਘਰ ਹੋ ਗਏ ਹਨ। ਹੋਟਲ ਪੁਰਾਣਾ ਗ੍ਰੈਂਡ ਹੋਟਲ ਤੱਕ ਤਬਾਹ ਹੋ ਗਿਆ, ਉਹਦੇ ਤੇ ਕੰਪਲੇਂਟ ਤੇ ਕਾਰਵਾਈ ਨਹੀਂ ਹੋਈ। ਸਰ ਇਸੇ ਗੱਲ ਦਾ ਹੋਰ ਹੈ, ਇਹ ਸਿਸਟਮ ਹੀ ਸਾਡਾ ਖਰਾਬ ਹੈਗਾ। ਅਫਸੋਸ ਹੈਗਾ ਕਿ ਸਭ ਕੁਝ ਵਿਕਿਆ ਹੋਇਆ। ਮੈਂ ਇੱਕ ਗੱਲ ਕਹੂੰਗਾ ਕਿ ਸਭ ਕੁਝ ਵਿਕਿਆ ਹੋਇਆ। ਤੁਸੀਂ ਜਿੱਥੇ ਭਗਵੰਤ ਮਾਨ ਦੀ ਸਰਕਾਰ ਆਈ, ਲੋਕਾਂ ਨੇ ਉਮੀਦ ਕੀਤੀ ਕਿ ਆਮ ਆਦਮੀ ਦੀ ਸਰਕਾਰ ਆਏਗੀ, ਆਮ ਲੋਕਾਂ ਦੀ ਸਰਕਾਰ ਹੋਏਗੀ, ਪਰ ਇਹ ਆਮ ਲੋਕਾਂ ਦੀ ਸਰਕਾਰ ਇਸ ਤਰ੍ਹਾਂ ਦੀ ਸਰਕਾਰ ਹੈ। ਬਿਲਕੁਲ ਸਰ, ਤੁਸੀਂ ਇਸ ਤਰ੍ਹਾਂ ਕਰੋ, ਜਦੋਂ ਤੁਹਾਡੀ ਵੀਡੀਓ ਸ਼ੇਅਰਿੰਗ ਹੋਏਗੀ ਮੈਂ ਜ਼ਰੂਰ ਆਹ ਵਾਲੀ ਵੀਡੀਓ ਮੈਂ ਉਹਨਾਂ ਦੇ ਮੋਬਾਈਲ ਨੰਬਰ ਤੇ ਪਾਉਂਗਾ ਔਰ ਉਹਨਾਂ ਨੂੰ ਦੱਸੂਗਾ ਕਿ ਤੁਹਾਡੇ ਸ਼ਹਿਰ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ। ਨਿਰੇ ਸ਼ਰੇਆਮ ਧੱਕਾ ਹੋ ਰਿਹਾ। ਤੁਹਾਡੇ ਅਫਸਰ ਜਿਹੜੇ ਨੇ ਵਿਕੇ ਹੋਏ ਅਫਸਰ ਨੇ। ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਕੰਮ ਹੋ ਰਿਹਾ ਸ਼ਹਿਰ ਦੇ ਵਿੱਚ। ਉਹਨਾਂ ਨੂੰ ਹੋਰ ਕੋਈ ਨਜ਼ਰ ਨਹੀਂ ਆਇਆ, ਸਿਰਫ ਇੱਕ ਗਰੀਬ ਦਾ ਢਾਬਾ ਨਜ਼ਰ ਆਇਆ। ਅਫਸਰ ਉਹੀ, ਤੇ ਜੇ ਗੱਲ ਕਰੀਏ ਤੇ ਟੀਮ ਵੀ ਉਹੀ। ਮੇਅਰ ਦੀ ਗੱਲ ਕਰੀਏ, ਮੇਅਰ ਪਹਿਲਾਂ ਕਾਂਗਰਸ 'ਚ ਸੀ, ਹੁਣ ਆਮ ਆਦਮੀ ਪਾਰਟੀ 'ਚ ਆ ਗਏ, ਤੇ ਮੇਅਰ ਦੇ ਨਾਲ ਜਿਹੜੇ ਕਾਂਗਰਸੀ ਆਪਣਾ ਕਾਉਂਸਲਰ ਸੀ ਉਹ ਵੀ ਆਮ ਆਦਮੀ ਪਾਰਟੀ 'ਚ ਆ ਗਏ। ਟੀਮ ਉਹੀ ਪਰ ਪਾਰਟੀ ਨਵੀਂ। ਸਰ ਗੱਲ ਪਤਾ ਕੀ ਹੈ, ਲੋਕਾਂ ਦੇ ਜ਼ਮੀਰ ਵਿਕ ਗਏ ਨੇ। ਸਿਰਫ ਲੋਕੀ ਆਟੇ ਮੈਨੂੰ ਸਮਝਦੇ ਇਹਦੇ ਪੁਰਾਣੇ ਲਫ਼ਜ਼ ਹੁੰਦੇ ਸੀਗੇ ਕਿ ਲੋਕੀ ਆਪਣੇ ਮਾਪਿਓ ਦਾ ਨਾਂ ਨਹੀਂ ਬਦਲਦੇ ਸੀ। ਅੱਜ ਦੀ ਤਰੀਕ 'ਚ ਤੇ ਹੁਣ ਹਰ ਲੀਡਰ ਨੇ ਆਪਣੇ ਮਾਪੇ ਹੀ ਬਦਲਤੇ ਨੇ। ਹੁਣ ਕੀ ਕਵਾਂਗੇ ਉਹਨਾਂ ਨੂੰ? ਕਦੀ ਕੋਈ ਕਿੱਥੇ ਚਲਾ ਗਿਆ, ਕੋਈ ਕਿੱਥੇ ਚਲਾ ਗਿਆ, ਉਹਨਾਂ ਨੂੰ ਕੀ ਕਹੀਏ। ਲੇਕਿਨ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਜਿੰਨਾ ਕੋ ਧੱਕਾ, ਜਿੰਨੀ ਕੋ ਸ਼ਹਿਰ ਦੇ ਵਿੱਚ ਇਨਕਰੋਚਮੈਂਟ, ਕਬਜ਼ੇ ਹੋ ਰਹੇ ਨੇ, ਨਜਾਇਜ਼ ਕਬਜ਼ੇ ਹੋ ਰਹੇ ਨੇ, ਜਿਸ ਤਰ੍ਹਾਂ ਲੈਂਡ ਮਾਫੀਆ ਆਪਣੇ ਆਪ ਨੂੰ ਰੋਜ਼ ਉਜਾਗਰ ਕਰ ਰਿਹਾ, ਵੱਡਾ ਹੋ ਰਿਹਾ, ਪਨਪ ਰਿਹਾ, ਬਿਲਕੁਲ ਉਹ ਕੰਮ ਗਲਤ ਹੋ ਰਿਹਾ। ਤੇ ਇਸ ਦੇ ਲਈ ਜਿਸ ਤਰ੍ਹਾਂ ਕਿ ਤੁਸੀਂ ਕਹਿੰਦੇ ਹੋ ਤੁਹਾਡੇ ਮੁਤਾਬਿਕ ਆ ਗਲਤ ਹੋਇਆ, ਤੇ ਗਲਤ ਨੂੰ ਸਹੀ ਕਰਨ ਦੇ ਲਈ, ਇਹ ਇਨਸਾਫ ਦੇ ਲਈ ਤੁਸੀਂ ਅੱਗੇ ਕੀ ਕਦਮ ਚੁੱਕੋਗੇ? ਜ਼ਰੂਰ ਚੁੱਕਾਂਗੇ ਜੀ। ਇਨਸਾਫ ਦੀ ਆਵਾਜ਼ ਬੁਲੰਦ ਕਰਾਂਗੇ, ਹਰ ਪਾਸੇ ਜਾਵਾਂਗੇ, ਲੋੜ ਪਈ ਤੇ ਹਾਈ ਕੋਰਟ ਵੀ ਜਾਵਾਂਗੇ। ਜਿਨ੍ਹਾਂ ਨੇ ਆ ਕੰਮ ਕੀਤਾ, ਵੀਡੀਓ ਦੇ ਵਿੱਚ ਸਭ ਕੁਝ ਹੈਗਾ, DVR ਦੇ ਵਿੱਚ ਜਿਹੜੇ ਬੰਦੇ ਆਏ ਉਹਨਾਂ ਨੂੰ ਖਿਲਾਫ ਆਈ ਜੋ ਕਾਨੂੰਨੀ ਕਾਰਵਾਈ ਬਣੇਗੀ ਮੈਂ ਜ਼ਰੂਰ ਕਰਾਵਾਂਗਾ। ਉਹੀ ਦੋ ਅਫਸਰ ਜਿਹੜੇ ਇੱਥੇ ਆ ਕੇ ਇੰਕਰੋਚਮੈਂਟ ਦੇ ਨਾਮ ਤੇ ਇਹ ਢਾਬਾ ਤੋੜ ਕੇ ਜਾਂਦੇ ਹਨ, ਉਹੀ ਅਫਸਰਾਂ ਨੂੰ ਬਾਰ-ਬਾਰ ਕੰਪਲੇਂਟ ਕੀਤੀ ਜਾਂਦੀ ਹੈ। ਰਿਚੀ ਹੋਟਲ ਦੇ ਮਾਮਲੇ ਦੇ ਵਿੱਚ ਗ੍ਰੈਂਡ ਹੋਟਲ ਟੁੱਟ ਜਾਂਦਾ ਪਰ ਉਹ ਕਾਰਵਾਈ ਨਹੀਂ ਹੁੰਦੀ। ਅੱਖਾਂ ਤੇ ਪੱਟੀ ਬੰਨੀ ਹੈ ਨਾ ਜੀ। ਉਹ ਰਿਚੀ ਹੋਟਲ ਵਾਲਾ ਵੱਡਾ ਗਰੁੱਪ ਹੈ, ਆ ਗਰੀਬ ਕੋਲੋਂ ਕੀ ਮਿਲਣਾ? ਤੁਸੀਂ ਇੱਕ ਚੀਜ਼ ਨੂੰ ਵੇਖੋ ਨਾ, ਵੱਡਾ ਗਰੁੱਪ ਹੈ। ਉਹ ਕਹਿੰਦਾ ਜੀ ਮੈਂ ਇੱਥੇ 7 ਸਟਾਰ ਹੋਟਲ ਬਣਾਉਣਾ ਹੈ, ਇੱਥੇ ਢਾਬਾ ਬਣਿਆ। ਹੁਣ ਦੱਸੋ ਨਾ ਜੋਰ ਕਿੱਥੇ ਚੱਲਿਆ? 7 ਸਟਾਰ ਵਾਲੇ ਤੇ ਨਹੀਂ ਚੱਲਿਆ, ਢਾਬੇ ਤੇ ਚੱਲਿਆ। ਤੇ ਕੀ ਕਾਰਨ ਹੈ ਵੱਡੇ ਤੇ ਜ਼ੋਰ ਨਹੀਂ ਚੱਲਦਾ? ਸਰ ਇਸ ਤਰ੍ਹਾਂ ਹੀ ਹੈ ਨਾ, ਵੱਡੇ ਤੇ ਜ਼ੋਰ ਨਹੀਂ ਚੱਲਦੇ, ਸਿਫਾਰਸ਼ਾਂ ਚੱਲਦੀਆਂ ਨੇ, ਉੱਤੇ ਫੋਨ ਚੱਲਦੇ ਨੇ ਜਾਂ ਫਿਰ ਦੌਲਤਾਂ ਚੱਲਦੀਆਂ ਨੇ। ਹਰ ਪਾਸੇ ਹੀ ਹੈ ਨਾ। ਤੁਸੀਂ ਇੱਕ ਚੀਜ਼ ਨੂੰ ਲੈ ਕੇ ਚੱਲੋ। ਇੱਥੇ ਇਹ ਚੀਜ਼ ਕਿਉਂ ਗਰੀਬ ਨਾਲ ਕਿਉਂ ਧੱਕਾ ਹੋ ਰਿਹਾ? ਵੱਡੇ ਨਾਲ ਕਿਉਂ ਨਹੀਂ ਕਾਰਵਾਈ ਕਰਦੇ? ਉਹ ਤੇ ਪਰਚਾ ਕਿਉਂ ਨਹੀਂ ਕਰਦੇ ਪਏ? ਸਿਰਫ ਫਾਈਲਾਂ ਚੱਲਦੀ ਪਈਆਂ। ਅੱਜ DC ਕੋਲ ਚਲੀ ਗਈ, ਅੱਜ SDM ਕੋਲ ਚਲੀ ਗਈ, ਤੇ ਇੱਥੇ ਦੱਸੋ ਇੱਕ ਨੋਟਿਸ ਤੁਸੀਂ ਇੱਕ ਕਰਕੇ ਤੇ ਸਾਰੇ ਤੋੜ ਕੇ ਚਲੇ ਗਏ। ਇੱਕ ਨੋਟਿਸ ਤੇ ਨਾਲ ਹੀ ਤੋੜ ਦਿੱਤੀ ਜਾਂਦੀ ਹੈ ਢਾਬੇ ਦੀ ਅੱਗੇ ਦੀ ਦੀਵਾਰ। ਤੇ ਆਪਾਂ ਗੱਲਬਾਤ ਕਰਾਂਗੇ ਢਾਬੇ ਦੇ ਮਾਲਕ ਨਾਲ, ਇੱਥੇ ਉਹ ਵੀ ਸਾਡੇ ਨਾਲ ਮੌਜੂਦ ਹਨ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤੁਹਾਨੂੰ ਕਿੰਨੇ ਚਿਰ ਹੋ ਗਿਆ, ਕਿੰਨਾ ਪੁਰਾਣਾ ਢਾਬਾ? 1885 ਲਿਖਿਆ ਹੋਇਆ, 1885। ਇੰਨਾ ਪੁਰਾਣਾ ਢਾਬਾ ਤੇ ਕਿੰਨੇ ਦਿਨਾਂ 'ਚ ਤੋੜ ਦਿੱਤਾ? ਸਰ ਮੇਰੇ ਦਾਦਾ ਜੀ ਕੰਮ ਕਰਦੇ ਸੀ ਜੀ, 3rd ਜਨਰੇਸ਼ਨ ਕੰਮ ਕਰ ਰਹੇ ਜੀ। 50 ਸਾਲ ਤੋਂ ਪਲੱਸ ਹੋ ਗਿਆ ਟਾਈਮ ਜੀ। ਮੇਰੇ ਦਾਦਾ ਜੀ ਕਰਦੇ ਸੀ, ਮੇਰੇ ਫਾਦਰ ਕਰਦੇ ਸੀ। ਮੇਰੇ ਫਾਦਰ ਰੀਸੈਂਟਲੀ ਅਜੇ ਸਾਲ ਹੋਇਆ ਡੈਥ ਹੋਈ। ਮੈਂ ਉਹਨਾਂ ਦਾ ਕਾਰੋਬਾਰ ਟੇਕ ਓਵਰ ਕੀਤਾ। ਉਸ ਤੋਂ ਬਾਅਦ ਮੈਂ ਆਪਣੀ ਰੈਨੋਵੇਸ਼ਨ ਥੋੜੀ ਬਹੁਤੀ ਕਰਾਈ। ਸਰ ਕੋਈ ਇਲੀਗਲ ਕੰਮ ਕੋਈ ਨਹੀਂ ਕੀਤਾ। ਮੈਂ ਆਪਣੀ ਬਸ ਟਾਈਲ ਪੱਥਰ ਪਵਾਇਆ। ਸਰ ਜਿੱਥੇ ਆਲਰੇਡੀ 50 ਸਾਲ ਪਹਿਲਾਂ ਤੰਦੂਰ ਲੱਗਾ, ਭੱਠੀ ਲੱਗੀ ਚੱਲ ਰਹੀ ਆ, ਉਹ ਉੱਥੇ ਹੀ ਦਾਇਰੇ 'ਚ ਕੰਮ ਕੀਤਾ ਜਾ ਰਿਹਾ। ਤੁਸੀਂ ਮੇਰੇ ਆਂਢ ਜਾਂ ਗਵਾਂਢ ਦੇਖ ਸਕਦੇ ਜੇ, ਉਹ ਦਾਇਰੇ ਤੋਂ ਕਿੰਨੇ ਬਾਹਰ ਆ, ਮੈਂ ਦਾਇਰੇ ਤੋਂ ਕਿੰਨਾ ਪਿੱਛੇ ਆ। ਮੈਨੂੰ ਆ ਕੇ ਬਸ ਕਾਰਪੋਰੇਸ਼ਨ ਵਾਲੇ ਕਹਿੰਦੇ ਸਮਾਨ ਚੁੱਕੋ, ਬਸ ਜੀ ਆ ਕੇ ਉਹਨਾਂ ਨੇ ਨਾਲ ਹੀ ਆਪਣੀ ਡਿਚ ਮਸ਼ੀਨ ਚਲਾਤੀ ਹੈ ਜੀ। ਕਿੰਨੇ ਦਿਨ ਪਹਿਲਾਂ ਤੁਹਾਨੂੰ ਕੋਈ ਨੋਟਿਸ ਆਇਆ? ਸਰ ਕੋਈ ਨੋਟਿਸ ਨਹੀਂ, ਕੋਈ ਕੁਛ ਨਹੀਂ। ਜਦੋਂ ਮੈਂ ਬਣਾ ਰਿਹਾ ਕਿਸੇ ਨੇ ਮੈਨੂੰ ਕੁਛ ਨਹੀਂ ਕਿਹਾ। ਮੈਂ ਆਪਣੇ ਦਾਇਰੇ ਦੇ ਵਿੱਚ ਸਰ ਬਣਾ ਰਿਹਾ, ਠੀਕ ਆ। ਕੁਝ ਲੋਕ ਮੈਨੂੰ ਕਹਿੰਦੇ ਪਰਮਿਸ਼ਨ ਸਰ ਕਾਹਦੀ ਲਵਾਂ? ਕੋਈ ਮੈਂ ਨਵੀਂ ਕੰਸਟਰਕਸ਼ਨ ਥੋੜੀ ਕਰਾ ਰਿਹਾ, ਮੈਂ ਆਪਣੇ ਸ਼ਟਰ ਦੇ ਦਾਇਰੇ 'ਚ ਕਰਾ ਰਿਹਾ। ਤੁਸੀਂ ਮੇਰਾ ਵੇਖ ਸਕਦੇ, ਸ਼ਟਰ ਵੀ ਅੰਦਰ ਆ, ਲੋਕਾਂ ਦੇ ਸ਼ਟਰ ਵੀ ਬਾਹਰ ਆ।
ਕੋਈ ਤੇ ਸੰਪਰਕ ਬਣਾਇਆ ਹੋਣਾ ਡਿਚ ਮਸ਼ੀਨ ਚਲਾਉਣ ਤੋਂ ਪਹਿਲਾਂ ਕਾਰਪੋਰੇਸ਼ਨ ਦੇ ਐਮਟੀਪੀ ਡਿਪਾਰਟਮੈਂਟ ਨੇ ਏਟੀਪੀ ਡਿਪਾਰਟਮੈਂਟ ਨੇ ਕੋਈ ਤੇ ਸੰਪਰਕ ਬਣਾਇਆ ਹੋਣਾ ਤੁਹਾਡੇ ਨਾਲ? ਸਰ ਸੰਪਰਕ ਬਣਾਇਆ, ਸਾਰਾ ਅੰਮ੍ਰਿਤਸਰ ਅੰਕਰੋਚਮੈਂਟ ਆ, ਸਾਰਾ ਹੀ ਤੁਸੀਂ ਵੇਖਦੇ ਮੇਰੇ ਆਲੇ ਦੁਆਲੇ ਦੇਖ ਲਓ, ਕਿਸੇ ਨੇ ਇੰਕਰੋਚ ਕੀਤੀ ਮੇਰੇ ਨਾਲੋਂ ਜ਼ਿਆਦਾ ਲੋਕਾਂ ਨੇ ਇੰਕਰੋਚ ਕੀਤੀ। ਮੈਂ ਤੇ ਆਪਣੇ ਦਾਇਰੇ ਦੇ ਵਿੱਚ ਆ, ਜਾਂਦੇ ਹੋਵੇ ਮੈਂ ਇੰਕਰੋਚ ਕੀਤੀ ਹੋਵੇ। ਸਰ ਇਹਦਾ ਸਵਾਲ ਡਿਪਾਰਟਮੈਂਟ ਤੋਂ ਕਿਸੇ ਨੇ ਤੁਹਾਡੇ ਨਾਲ ਸੰਪਰਕ ਬਣਾਇਆ, ਕੋਈ ਗੱਲਬਾਤ ਹੋਈ ਤੋੜਨ ਤੋਂ ਪਹਿਲਾਂ? ਕੋਈ ਗੱਲ ਨਹੀਂ, ਕੋਈ ਜਵਾਬ ਨਹੀਂ ਸਰ, ਕੋਈ ਗੱਲ ਨਹੀਂ ਹੋਈ। ਬਸ ਆਏ ਆ, ਡਿਚ ਮਸ਼ੀਨ ਚਲਾ ਕੇ ਬਸ ਚੱਲ ਗਿਆ। ਜੇ ਰੋਕਣ ਦੀ ਕੋਸ਼ਿਸ਼ ਕੀਤੀ ਆ, ਮੇਰੇ ਮਦਰ ਦੇ ਸੱਟ ਲੱਗ ਚੱਲੀ ਸੀ, ਮੈਂ ਉਹਨਾਂ ਨੂੰ ਬਚਾਉਂਦੇ ਆਪਣੀ ਮਦਰ ਨੂੰ ਬਚਾਇਆ। ਜੇ ਜੀਸੀਬੀ ਜਿਸ ਟਾਈਮ ਚੱਲ ਰਹੀ, ਮੇਰੇ ਕੋਲ ਸੀਸੀਟੀਵੀ ਕੈਮਰੇ 'ਚ ਸਭ ਕੁਝ ਕੈਦ ਆ। ਲੋਕੀ ਕੁਝ ਗੱਲਾਂ ਕਰ ਰਹੇ ਸਨ ਕਿ ਇਹਨਾਂ ਵੱਲੋਂ ਰਿਸ਼ਵਤ ਮੰਗੀ ਗਈ, ਰਿਸ਼ਵਤ ਨਾ ਦੇਣ ਤੇ ਕਾਰਵਾਈ ਕੀਤੀ, ਕੀ ਇਹ ਸੱਚ ਹੈ? ਸਰ ਸੱਚ ਆ, ਰਿਸ਼ਵਤ ਨਹੀਂ ਦਿੱਤੀ ਤਾਂ ਹੀ ਆ ਸਰ, ਜਿੰਨਾ ਦਿੱਤੀ ਉਹਨਾਂ ਦਾ ਕਾਰੋਬਾਰ ਚੱਲ ਰਿਹਾ, ਮੈਂ ਨਹੀਂ ਦਿੱਤੀ, ਮੇਰਾ ਢਹਿ ਗਿਆ। ਕਿੰਨੀ ਰਿਸ਼ਵਤ ਮੰਗੀ ਗਈ ਸੀ ਤੁਹਾਡੇ ਕੋਲ? ਸਰ ਘੱਟੋ ਘੱਟ 20,000 ਮੰਗ ਰਹੇ ਜੀ। 20,000 ਮਹੀਨਾ ਕਿ 20,000 ਟੋਟਲ? 20,000 ਸਰ, ਇਤਨਾ ਕਿਹਾ ਉਹਨਾਂ ਨੇ, 20,000 ਕਿਹਾ ਜੀ। ਕਿਸ ਅਫਸਰ ਨੇ? ਉਸ ਅਫਸਰ ਦਾ ਨਾਮ ਕੋਈ? ਸਰ ਉਹ ਆਈਪੀਐਸ ਆਪਣੇ ਰੰਧਾਵਾ ਜੇ ਐਮਟੀਪੀਐਸ, ਪੂਰਾ ਨਾਮ? ਆਈਪੀਐਸ ਰੰਧਾਵਾ। ਤੇ ਰੰਧਾਵਾ ਜੀ ਨੇ ਤੁਹਾਡੇ ਕੋਲ ਰਿਸ਼ਵਤ ਮੰਗੀ। ਤੇ ਇੱਕ ਸਵਾਲ ਹੋਰ ਤੁਹਾਡੇ ਤੋਂ, ਰੰਧਾਵਾ ਇਹਨਾਂ ਨੂੰ ਹੀ ਕੰਪਲੇਂਟ ਜਾਂਦੀ ਹੈ ਜਿਹੜਾ ਪਿੱਛੇ ਗ੍ਰੈਂਡ ਹੋਟਲ ਬਣ ਰਿਹਾ, ਲਗਭਗ 65 ਫੁੱਟ ਡੂੰਘਾ ਟੋਇਆ ਪੁੱਟਿਆ, ਪਿੱਛੇ ਕਈ ਘਰ 10 ਮਕਾਨ ਜਿਹੜੇ ਆ ਉਹ ਖਸਤਾ ਹਾਲਤ 'ਚ ਹੋ ਗਏ ਹਨ। ਇਹਨਾਂ ਨੂੰ ਬਾਰ-ਬਾਰ ਕੰਪਲੇਂਟ ਗਈ, ਸਾਲ ਤੋਂ ਵੱਧ ਹੋ ਗਿਆ ਕੰਪਲੇਂਟ ਜਾਂਦੇ ਨੂੰ, ਪਰ ਉਹਦੇ ਤੇ ਕਾਰਵਾਈ ਨਹੀਂ ਕੀਤੀ। ਤੇ ਤੁਹਾਡੀ ਕਿੰਨੇ ਦਿਨਾਂ 'ਚ ਕਾਰਵਾਈ ਹੋ ਗਈ? ਸਰ ਮੇਰੀ ਤੇ ਵਿਦਿਨ ਹਫਤੇ 'ਚ ਹੋ ਗਈ ਸਰ। ਉਹਨਾਂ ਦੇ ਸਰ ਉਹੀ ਗੱਲ ਹੈ ਨਾ, ਮਾੜੇ ਵਾਸਤੇ ਸਾਰਾ ਕੁਝ ਆ, ਤਗੜੇ ਵਾਸਤੇ ਕੁਝ ਨਹੀਂ ਆ। ਗੱਲ ਤੇ ਇਹ ਆ, ਇਨਸਾਫ ਕਿੱਥੇ ਆ ਦੱਸੋ? ਲੋਕ ਕਹਿੰਦੇ ਗਵਰਨਮੈਂਟ ਬਣੀ, ਇਨਸਾਫ ਕਿੱਥੇ ਹੈ ਸਰ? ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸਰ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ, ਮੇਰੇ 20 ਪਰਿਵਾਰ ਪਾਲ ਰਹੇ ਮੇਰੀ ਦੁਕਾਨ ਤੋਂ, ਉਹਨਾਂ ਦਾ ਖਰਚਾਨਾ ਕੌਣ ਭਰੇਗਾ? ਕਾਰਪੋਰੇਸ਼ਨ ਭਰੇਗੀ ਜਾਂ ਪੰਜਾਬ ਸਰਕਾਰ ਭਰੇਗੀ? ਕੌਣ ਦੇਗਾ ਮੇਰਾ ਨੁਕਸਾਨ ਜੋ ਹੋਇਆ? ਸਭ ਤੋਂ ਵੱਡਾ ਸਵਾਲ, ਇਸ ਦੁਕਾਨ ਤੋਂ 20 ਪਰਿਵਾਰ ਪਲਦੇ ਸਨ, ਇੱਥੋਂ ਕਈਆਂ ਦੀ ਰੋਜੀ ਤੇ ਕਈਆਂ ਦੀ ਰੋਟੀ ਜੁੜੀ ਹੋਈ ਸੀ, ਪਰ ਇਹਨੂੰ ਕਾਰਪੋਰੇਸ਼ਨ ਵੱਲੋਂ ਤੋੜ ਦਿੱਤਾ ਗਿਆ। ਲੇਕਿਨ ਉਹ ਮਕਾਨ ਜਿੱਥੇ ਲੋਕ ਰਹਿੰਦੇ ਸੀ, ਜਿੱਥੇ ਸੌਂਦੇ ਹੀ, ਹੱਸਦੇ ਖੇਡਦੇ ਹੀ, ਉਹ ਮਕਾਨ ਟੁੱਟ ਜਾਂਦੇ ਹਨ। ਬਾਰ-ਬਾਰ ਕੰਪਲੇਂਟ ਕੀਤੀ ਜਾਂਦੀ ਹੈ, ਪਰ ਉਸ ਦੇ ਉੱਤੇ ਕਾਰਪੋਰੇਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਸ ਤਰ੍ਹਾਂ ਕਿ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਬਿਨਾਂ ਨੋਟਿਸ ਤੋਂ ਇਹ ਆਪਣਾ ਡਿਚ ਮਸ਼ੀਨ ਚਲਾਈ ਗਈ ਹੈ। ਇੱਥੇ ਤੋੜ ਦਿੱਤਾ ਗਿਆ ਤੰਦੂਰ, ਜੋ ਕਿ ਉਹਨਾਂ ਦਾ ਕਹਿਣਾ ਪੁਰਾਣਾ ਵੀ ਤੰਦੂਰ ਇੱਥੇ ਹੀ ਸੀ, ਦੁਬਾਰਾ ਫਿਰ ਇੱਥੇ ਹੀ ਨਵਾਂ ਤੰਦੂਰ ਬਣਾਇਆ ਗਿਆ। ਜਿਸ ਤਰ੍ਹਾਂ ਉਹਨਾਂ ਦਾ ਕਹਿਣਾ ਕਿ ਸ਼ਟਰ ਵੀ ਉਹਨਾਂ ਦਾ ਦੁਕਾਨ ਦਾ ਪਿੱਛੇ ਹੈ, ਬਰਾਂਡੇ ਤੋਂ ਪਿੱਛੇ ਸ਼ਟਰ ਬਣਾਇਆ ਗਿਆ, ਲੇਕਿਨ ਕਈ ਦੁਕਾਨਦਾਰਾਂ ਦੇ ਸ਼ਟਰ ਵੀ ਬਾਹਰ ਹਨ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਕਈ ਦੁਕਾਨਦਾਰਾਂ ਦੇ ਸ਼ਟਰ ਤੱਕ ਬਾਹਰ ਹਨ, ਪਰ ਉੱਥੇ ਨਹੀਂ ਕਾਰਵਾਈ ਹੁੰਦੀ। ਕਾਰਵਾਈ ਇੱਥੇ ਸਵਾਲ ਖੜਾ ਕਰਦੀ, ਕਾਰਵਾਈ ਹੋਣਾ ਗਲਤ ਜਾਂ ਸਹੀ, ਮੈਂ ਇਸ ਤੇ ਗੱਲ ਨਹੀਂ ਕਰਦਾ, ਪਰ ਕਾਰਵਾਈ ਹੁੰਦੀ ਹੈ ਤੇ ਇੱਕ ਤਰਫਾ ਕਿਉਂ ਹੁੰਦੀ ਹੈ? ਇੱਕ ਪਾਸੇ ਐਡਾ ਵੱਡਾ ਹੋਟਲ ਦੀ ਬੇਸਮੈਂਟ ਬਣਦੀ ਹੈ, ਜਿਸ ਕਰਕੇ ਕਈ ਘਰ ਤਬਾਹ ਹੋ ਜਾਂਦੇ ਹਨ, ਕਈ ਘਰਾਂ ਦੀ ਜ਼ਮੀਨ ਥੱਲੇ ਬਹਿ ਜਾਂਦੀ ਹੈ। ਇੱਕ ਬਹੁਤ ਪੁਰਾਣਾ ਹੋਟਲ ਧਰਾਸ਼ਾਹੀ ਹੋ ਜਾਂਦਾ, ਬਹੁਤ ਪੁਰਾਣਾ ਹੋਟਲ ਡਿੱਗ ਪੈਂਦਾ, ਉਸ ਦੀ ਦੀਵਾਰ ਡਿੱਗ ਜਾਂਦੀ ਹੈ, ਉਸ ਤੇ ਕਾਰਵਾਈ ਨਹੀਂ ਹੁੰਦੀ। ਪਰ ਇੱਕ ਛੋਟੇ ਜਿਹੇ ਢਾਬੇ ਤੇ ਇੰਨੀ ਜਲਦੀ ਤੇ ਇੰਨੀ ਵੱਡੀ ਕਾਰਵਾਈ ਹੋ ਜਾਂਦੀ ਹੈ ਕਿ ਉਸ ਦੀ ਰੋਜੀ ਰੋਟੀ ਹੀ ਖਤਮ ਕਰ ਦਿੱਤੀ ਜਾਂਦੀ ਹੈ। ਸਵਾਲ ਕਾਰਪੋਰੇਸ਼ਨ ਤੇ ਸਵਾਲ ਡਿਪਾਰਟਮੈਂਟ ਦੇ ਉੱਤੇ ਇਹ ਵੀ ਉੱਠਦਾ ਹੈ ਕਿ ਕਾਰਨ ਕੀ ਹੈ ਕਿ ਉਹਨਾਂ ਦੀ ਨਜ਼ਰ ਉੱਥੇ ਨਹੀਂ ਜਾਂਦੀ ਜਿੱਥੇ ਬਹੁਤ ਵੱਡੇ ਦਾਇਰੇ ਦੇ ਵਿੱਚ ਐਨਕਰੋਚਮੈਂਟ ਹੋ ਰਹੀ ਹੈ, ਛੋਟੇ ਦਾਇਰੇ ਦੇ ਵਿੱਚ ਕਿਉਂ ਆ ਰਹੀ ਹੈ? ਐਨਕਰੋਚਮੈਂਟ ਨੂੰ ਹਟਾਉਣਾ, ਕਾਰਵਾਈ ਕਰਨਾ, ਇਹ ਤੇ ਕਾਰਪੋਰੇਸ਼ਨ ਦਾ ਸਭ ਤੋਂ ਵੱਡਾ, ਇਹ ਤੇ ਡਿਪਾਰਟਮੈਂਟ ਦਾ ਸਭ ਤੋਂ ਵੱਡਾ ਨਿਯਮ ਹੈ, ਉਹਨਾਂ ਨੂੰ ਕਰਨਾ ਚਾਹੀਦਾ। ਪਰ ਵੱਡੇ ਲੋਕਾਂ ਨੂੰ ਕਿਉਂ ਅਣਦੇਖਾ ਕਰ ਰਹੀ ਹੈ? ਇਹਦੇ ਵਿੱਚ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ। ਸਵਾਲ ਦੇ ਘੇਰੇ ਦੇ ਵਿੱਚ ਆਉਂਦੇ ਹਨ ਅਫਸਰ ਕਿ ਵੱਡੀ ਐਨਕਰੋਚਮੈਂਟ ਤੇ ਕਿਉਂ ਨਹੀਂ ਨਜ਼ਰ ਜਾਂਦੀ। ਲਾਈਵ ਭਾਰਤ ਫਿਰ ਤੁਹਾਨੂੰ ਇਸ ਤਰ੍ਹਾਂ ਬਣੀ ਖਬਰ ਦਿਖਾਏਗਾ ਤੇ ਨਾਲ ਤੁਹਾਨੂੰ ਇਸ ਤੋਂ ਜੁੜਦੀ ਖਬਰ ਗ੍ਰੈਂਡ ਹੋਟਲ ਦੀ ਵੀ ਦਿਖਾਏਗਾ। ਬਣੇ ਰਹੋ ਲਾਈਵ ਭਾਰਤ ਦੇ ਨਾਲ, ਅਸੀਂ ਤੁਹਾਡੇ ਨਾਲ ਜਲਦੀ ਹੀ ਤਸਵੀਰਾਂ ਸਾਂਝਾ ਕਰਾਂਗੇ। ਕੈਮਰਾਮੈਨ ਸੁਖਿੰਦਰ ਕੋਹਲੀ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।